ਹਾਜ਼ਰੀਆਂ ਭਰੇ ਸਤਸੰਗੀ ਜਨੋ ਵੱਡਿਆਂ ਭਾਗਾਂ ਵਾਲੇ ਹੋ। ਅੰਮ੍ਰਿਤ ਵੇਲੇ ਦੇ ਇਹਨਾਂ ਪਾਵਨ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਨਾਲ ਸਾਂਝ ਪਾ ਕੇ ਆਪ ਜੀ ਆਪਣਾ ਜਨਮ ਸਫਲਾ ਕਰ ਰਹੇ ਹੋ ਜੀ। ਆਪ ਜੀਆਂ ਨੇ ਰੱਬੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਮਾਂ ਹੈ ਗੁਰਮਤਿ ਵਿਚਾਰਾਂ ਦਾ। ਬਾਬਾ ਫਰੀਦ ਸਾਹਿਬ ਜੀ ਦੀ ਪਾਵਨ ਬਾਣੀ ਜਿਨ੍ਹਾਂ ਦੇ ਸਲੋਕਾਂ ਦੀ ਵਿਚਾਰ ਆਰੰਭੀ ਹੋਈ ਹੈ। ਸਾਧ ਸੰਗਤ ਜੀ, ਅੱਜ ਦੇ ਇਸ ਪਾਵਨ ਸਲੋਕ ਅੰਦਰ ਜੋ ਬਾਬਾ ਫਰੀਦ ਸਾਹਿਬ ਜੀ ਨੇ ਰਹਿਮਤ ਕਰਕੇ ਗੁਰਮਤਿ ਦਾ ਸਿਧਾਂਤ ਸਾਨੂੰ ਦ੍ਰਿੜ ਕਰਵਾਇਆ ਹੈ, ਆਓ ਬਾਬਾ ਫਰੀਦ ਸਾਹਿਬ ਜੀ ਦੇ ਸਲੋਕ ਨੂੰ ਪਹਿਲਾਂ ਸਰਵਣ ਕਰੀਏ। ਉਸ ਤੋਂ ਬਾਅਦ ਇਸ ਪਾਵਨ ਸਲੋਕ ਅੰਦਰ ਬਾਬਾ ਫਰੀਦ ਸਾਹਿਬ ਜੀ ਕੀ ਸਮਝਾਉਣ ਦਾ ਯਤਨ ਕਰ ਰਹੇ ਨੇ, ਉਹ ਸਮਝਣ ਦਾ ਯਤਨ ਕਰਾਂਗੇ। ਮਨੋ ਬਿਰਤੀਆਂ ਨੂੰ ਇਕਾਗਰ ਕਰੋ ਜੀ। ਸਤਨਾਮ ਵਾਹਿਗੁਰੂ ਜੀ। ਫਰੀਦਾ ਕੰਨ ਮਸੱਲਾ ਸੂਫ ਗਲ, ਦਿਲ ਕਾਤੀ ਗੁੜਬਾਤ, ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ। ਫਰੀਦਾ ਕੰਨ ਮਸੱਲਾ ਸੂਫ ਗਲ, ਦਿਲ ਕਾਤੀ ਗੁੜਬਾਤ, ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਦੇ ਸਲੋਕ ਨੰਬਰ 50 ਦੇ ਅੰਦਰ ਬਾਬਾ ਫਰੀਦ ਸਾਹਿਬ ਜੀ ਨੇ ਅੱਜ ਜੋ ਰਹਿਮਤ ਕੀਤੀ ਹੈ, ਉਹ ਆਖਦੇ ਨੇ ਕਿ ਫਰੀਦਾ ਕੰਨ ਮਸੱਲਾ, ਕੰਨ ਤੂੰ ਪਾਉਂਦਾ ਕੰਧੇ ਦੇ ਉੱਪਰ, ਮੋਢੇ ਦੇ ਉੱਪਰ ਮੁਸੱਲਾ ਚੁੱਕਿਆ ਹੋਇਆ ਹੈ। ਮੁਸੱਲਾ ਕਿਹਾ ਜਾਂਦਾ ਹੈ ਇਸਲਾਮ ਧਰਮ ਨੂੰ ਮੰਨਣ ਵਾਲੇ ਨਮਾਜ਼ ਅਦਾ ਕਰਨ ਤੋਂ ਪਹਿਲਾਂ ਜੋ ਕਪੜਾ ਜ਼ਮੀਨ ਦੇ ਉੱਪਰ ਵਿਛਾ ਕੇ ਖੁਦਾ ਦੀ ਜਿਸ ਦੇ ਉੱਪਰ ਨਮਾਜ਼ ਪੜ੍ਹਦੇ ਨੇ, ਪਰਮੇਸ਼ਰ ਨੂੰ ਖੁਦਾ ਨੂੰ ਯਾਦ ਕਰਦੇ ਨੇ, ਉਸ ਨੂੰ ਮੁਸੱਲਾ ਕਿਹਾ ਹੈ। ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਕੰਧੇ ਦੇ ਉੱਪਰ ਮੁਸੱਲਾ ਵੀ ਚੁੱਕਿਆ ਹੋਇਆ ਤੇ ਸੂਫ ਗਲ, ਸੂਫ ਤੋਂ ਭਾਵ ਕਿ ਉਹਨਾਂ ਨੇ ਆਪਣੇ ਗਲੇ ਅੰਦਰ ਕਾਲੇ ਰੰਗ ਦਾ ਕੱਪੜਾ, ਜਿਸ ਨੂੰ ਖਫਨੀ ਕਿਹਾ ਜਾਂਦਾ ਹੈ, ਕਿ ਉਹਨਾਂ ਨੇ ਆਪਣੇ ਗਲੇ ਦੇ ਅੰਦਰ ਉਹ ਕਾਲੇ ਕਲਰ ਦੀ, ਕਾਲੇ ਰੰਗ ਦੀ ਖਫਨੀ ਵੀ ਪਾਈ ਹੋਈ ਹੈ। ਦਿਲ ਕਾਤੀ ਗੁੜਵਾਤ, ਗੁੜਵਾਤ ਤੋਂ ਭਾਵ ਕਿ ਮੁਖ ਤੋਂ ਗੁੜ ਵਰਗੀਆਂ ਮਿੱਠੀਆਂ ਗੱਲਾਂ ਕਰਦਾ ਹੈ, ਪਰ ਸੱਚ ਇਹ ਹੈ ਕਿ ਦਿਲ ਕਾਤੀ, ਦਿਲ ਦੇ ਅੰਦਰ ਕੈਂਚੀਆਂ ਚੱਲ ਰਹੀਆਂ ਨੇ। ਹੁਣ ਦਿਲ ਅੰਦਰ ਕਿਹੜੀਆਂ ਕੈਂਚੀਆਂ ਨੇ? ਉਹ ਦਵੈਸ਼ ਦੀਆਂ, ਨਿੰਦਿਆ ਦੀਆਂ, ਈਰਖਾ ਦੀਆਂ ਕੈਂਚੀਆਂ ਚੱਲ ਰਹੀਆਂ ਨੇ। ਪਰ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਦੇਖੋ, ਕੰਧੇ ਉੱਪਰ ਮੁਸੱਲਾ ਵੀ ਹੈ, ਗਲੇ ਦੇ ਅੰਦਰ ਆਪਣੇ ਆਪ ਨੂੰ ਧਾਰਮਿਕ ਅਖਵਾਉਣ ਲਈ ਕਾਲੇ ਰੰਗ ਦੀ ਖਫਨੀ ਵੀ ਪਾਈ ਹੋਈ ਹੈ, ਤੇ ਦਿਲ ਦੇ ਅੰਦਰ ਕੈਂਚੀਆਂ ਨੇ ਨਿੰਦਿਆ ਦੀਆਂ, ਵਿਕਾਰਾਂ ਦੀਆਂ। ਦਿਲ ਦੇ ਅੰਦਰ ਜੋ ਕੈਂਚੀ ਹੈ, ਉਹ ਵੀ ਹਿਰਦੇ ਅੰਦਰ ਜੋ ਲੋਕਾਂ ਦੀ ਈਰਖਾ ਲਈ ਦਵੈਸ਼ ਦੀ ਕੈਂਚੀ ਰੱਖੀ ਹੋਈ ਹੈ, ਤੇ ਗੁੜਵਾਤ, ਮੁਖ ਤੋਂ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਨੇ। ਪਰ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਉਹਨਾਂ ਦੇ ਬਾਹਰ ਦੇ ਪਹਿਰਾਵੇ ਨੂੰ ਦੇਖ ਕੇ ਤੂੰ ਕਿਧਰੇ ਭੁਲੇਖਾ ਨਾ ਖਾ ਜੇ। ਸੱਚ ਇਹ ਹੈ ਕਿ ਬਾਹਰ ਦਿਸੈ ਚਾਨਣਾ, ਕਿ ਬਾਹਰ ਤੋਂ ਕੇਵਲ ਚਾਨਣ ਨਜ਼ਰ ਆਉਂਦਾ ਹੈ। ਉਹਨਾਂ ਦੇ ਲਿਬਾਸ, ਉਹਨਾਂ ਦੇ ਚਿੰਨ੍ਹਾਂ ਨੂੰ ਦੇਖ ਕੇ ਦਿਲ ਅੰਧਿਆਰੀ ਰਾਤ, ਪਰ ਦਿਲ ਦੇ ਅੰਦਰ ਹਨੇਰਾ ਹੀ ਹੈ। ਉਹ ਕਿਹੜਾ ਹਨੇਰਾ ਹੈ? ਦਵੈਸ਼ ਦਾ, ਨਿੰਦਿਆ ਦਾ, ਈਰਖਾ ਦਾ, ਜਿਨ੍ਹਾਂ ਦੇ ਅੰਦਰ ਇਹ ਦਿਲ ਦੇ ਅੰਦਰ ਇਹ ਵਿਕਾਰਾਂ ਦਾ ਹਨੇਰਾ ਹੈ। ਬਾਹਰ ਤੋਂ ਧਰਮੀ ਅਖਵਾਣ ਦਾ ਕੇਵਲ ਤੇ ਕੇਵਲ ਵਿਖਾਵਾ ਹੈ। ਤੇ ਦੇਖੋ, ਅੱਜ ਬਾਬਾ ਫਰੀਦ ਸਾਹਿਬ ਜੀ ਨੇ ਭਾਵੇਂ ਇਹ ਪੰਕਤੀ ਆਪਣੇ ਉੱਪਰ ਢੁਕਾਈ ਹੈ, ਕਿਉਂਕਿ ਬਾਬਾ ਫਰੀਦ ਸਾਹਿਬ ਇਸਲਾਮ ਧਰਮ ਨੂੰ ਮੰਨਣ ਵਾਲੇ ਨੇ।
पर यह केवल इस्लाम धर्म तक ही सीमित नहीं, इते खत्री ब्राह्मण शूद वैस उपदेश चौ वर्णा को साझा। बाणी दे च बचन आंदा है कि प्रथाए साखी महापुरख बोल दे सांझी सगल जहान है। ये साझा उपदेश है सारे जीवां लई। केवल ये नहीं कि अज बाबा फरीद साहब ने इस्लाम धर्म नूं मनण वाले ते उन्होंने ये शब्द उच्चारण किया ते उन्हां वास्ते ही है। ये उपदेश जिन्हां ने बाहर दे चिन्ह ते धारण किए हुए ने, पर जे हिरदे अंदर सच नहीं है ते सच जानना दिल काती। उन्हां दे दिल दे अंदर भी द्वैश दियां ईर्खा दियां कैंचियां चल रही ने ते बाहर तो भावें विखावे मात्र मुख तो मिठियां मिठियां गल्लां ही करी जाण। अज बाबा फरीद साहब ने बाहर दे चिन्हां दी गल कीती कि बाहर दे चिन्हां नूं देख के ए इंसान तू भुलेखा ना खा जाए, तेरे मन अंदर ये भरम ना होए कि बाहर तू लिबास ते धर्मियां वाला है ते इन्हां दे हिरदे अंदर भी सच होएगा। आखन लगे नहीं, हो सकता है कि बाहर तू जो दिखावा चिन्हां दा देख रहे है अंदर सच ना होए। गुरु नानक सच्चे पातशाह महाराज जदों तुलंबे की धरती पर गए ना ते बाबे नानक ने देखिया कि सज्जन नाम का उत्थे पुरुष जो है उन्हें बाहर तो देखो लिबास जिहड़ा है धर्मियां वाला पाया हुआ है। एक पासे मस्जिद बनाई हुई है, एक पासे ठाकुर द्वारा बनाए है। पहले मंदिर ठाकुर द्वारे सन, ठाकुर का द्वारा बनाया हुआ है। हुण जो भी जे उत्थे आंदा है, जे इस्लाम नूं मनण वाला आया उन्होंने मस्जिद लै गया, ते जे कोई हिंदू वीर आया तो उसनों ठाकुर द्वारे लैके जाना, उदा धन पदार्थ खो लैना ते उदे जीवन का घाण कर देना, जीवन का अंत कर देना। बाबा नानक भी गए ने ते सोचिया सज्जन ने कि अज कोई वड्डी सामी आई है, बहुत बड़े व्यापारी आए ने, पर धन गुरु नानक सच्चे पातशाह ते जानी जान केवल साखी वाल नहीं, जो इस शब्द का भाव है कि सज्जन का बाहर का पहरावा धर्मियां वाला है, गल्लां भी वो मिठियां मिठियां करदा है, पर दिल दे विच की है? दिल दे अंदर ते द्वैश है, दिल दे अंदर ते लुटण दी चाहना है। ते इंज कह लवां कि ईर्खा है। बाहर दिसै चानना, बाहर ते चानण नजर आंदा है धर्मियां वाला, पर दिल अंधियारी रात, दिल दे अंदर हनेरा है। ते बाबे नानक ने सोचिया कि किसी ढंग दे नाल इन्हां नूं जहरीला भोजन खवा के इन्हां दे जीवन का घाण करदे आ। गुरु नानक सच्चे पातशाह ने उत्थे सूही राग अंदर बचन उच्चारण किया। मैं 3 पंक्तियां उहदियां साझियां करां। बाबे नानक ने आख्या, देखो केहां दा भांडा, जिन्हों काशी दा भांडा सी कह दिंदे आ, काशी दा भांडा बड़ा लिशकदा है, बड़ा चमकदा है, पर जितनी वारी मर्जी उसनों धो लिया जाए उदी कालख कदे दूर होई, जितनी वारी मर्जी उन्होंने पूंजिया जाए कपड़े नाल कागज नाल उदी मैल उदी कालख फिर भी रह जाती है। बाबा नानक आखन लगे इसे तरह ए इंसान तू बाहर तू धर्मी जरूर रखवांदा है, पर तेरी अंदर दी मैल गई नहीं। हुण ये सज्जन ठग दे मुखातब होकर के बाबा नानक शब्द उच्चारण कर रहे हैं, पर केवल सज्जन ठग वास्ते नहीं, ये सर्व साझा उपदेश है। उत्थे बाबे नानक ने शब्द उच्चारण किया कि उजल केहां चिलकना, केहां दा भांडा, काशी दा भांडा जिवें बड़ा उजलदा है, बड़ा चमकदा नजर आंदा है। घोटे मकालड़ी मझ नूं घोटिया जाए, उसनों साफ किया जाए, कालड़ी मस धोतियां जूठ न उतरै, जे 100 धोवा तिस 100 वारी क्यों धो लिया जाए। गुरु नानक सच्चे पातशाह ने फिर अगली एग्जाम्पल दी, आखन लगे कि बाहर तो बनिया हुई इमारतां जिन्हों बड़िया चितवियां होण, बड़े तरह के कलर किए होण, पर जे उन्हां इमारतां दे अंदर कोई 4 दिन रहे ना ते वो इमारतां ढह जांदियां ने, ढह के ढेरी हो गईयां। इसे तरह ये शरीर रूपी इमारत दे जे रब दा नाम नहीं, प्रभु की बंदगी नहीं, ते सच जाना ये भी विकारां दे विच इन्हां अंदर भी जीवन अंदर गिरावट आ जाती है। मालिक ने ये शब्द वर्तन किए। महाराज आखते हैं कि कोठे मंडप माड़ियां बाहरों चितवियां,
ਬਾਹਰੋਂ ਬੜੀਆਂ ਸੋਹਣੀਆਂ ਚਿਤਵੀਆਂ ਹੋਈਆਂ ਨੇ, ਬੜੀਆਂ ਸੋਹਣੀਆਂ ਚਿੱਤਰਕਾਰੀਆਂ ਹੋਈਆਂ ਨੇ। ਕੋਠੇ ਮੰਡਪ ਮਾਰੀਆਂ, ਬਾਹਰੋਂ ਚਿਤਵੀਆਂ ਟੱਠੀਆਂ ਕੰਮ ਨਾ ਆਵਣੀ, ਵਿੱਚੋਂ ਸਖਣੀਆਂ। ਜੇ ਵਿੱਚੋਂ ਸਖਣੀਆਂ ਰਹਿ ਜਾਣ ਤੇ ਫਿਰ ਟੱਠੀਆਂ ਹੋਈਆਂ ਕਿਸੇ ਦੇ ਕੰਮ ਨਹੀਂ ਆਉਂਦੀਆਂ। ਤੇ ਜਿਨ੍ਹਾਂ ਦੇ ਜੀਵਨ ਅੰਦਰ ਸੱਚ ਨਹੀਂ, ਤੇ ਅੱਜ ਬਾਬਾ ਫਰੀਦ ਸਾਹਿਬ ਨੇ ਕਿਹਾ ਹੈ, ਆਖਦੇ ਨੇ ਕਿ ਫਰੀਦਾ ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਵਾਤ। ਕਿ ਹਿਰਦੇ ਅੰਦਰ ਤੇ ਕੈਂਚੀਆਂ ਨੇ ਦਵੈਸ਼ ਦੀਆਂ, ਨਿੰਦਿਆ ਦੀਆਂ। ਹਿਰਦੇ ਅੰਦਰ ਤੇ ਈਰਖਾ ਦੀਆਂ ਕੈਂਚੀਆਂ ਨੇ, ਤੇ ਬਾਹਰ ਦਿਸੈ ਚਾਨਣਾ। ਅਗਲੀ ਗੱਲ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕੀਤੀ, ਆਖਣ ਕੇ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ। ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆਂ। ਕਿ ਬਗਲਾ ਜਿਹੜਾ ਹੈ ਉਹ ਭਾਵੇਂ ਜਾ ਕੇ ਹੰਸਾਂ ਦੀ ਥਾਂ ਦੇ ਉੱਪਰ, ਸਰੋਵਰਾਂ ਦੇ ਉੱਪਰ ਜਾ ਕੇ ਵਸਣ ਕਿਉਂ ਨਾ, ਪਰ ਹਿਰਦੇ ਅੰਦਰ ਜੋ ਭਾਵ ਹੈ ਕਿ ਘੁੱਟ ਘੁੱਟ ਜੀਵਾਂ ਖਾਵਣੇ ਬੱਗੇ ਨਾ ਕਹੀਆਂ। ਉਹ ਤੇ ਜੀਵਾਂ ਦਾ ਘਾਣ ਕਰਨ ਵਾਲੇ ਨੇ। ਤੇ ਅੱਜ ਬਾਬਾ ਫਰੀਦ ਸਾਹਿਬ ਨੇ ਆਖਿਆ ਕਿ ਬਾਹਰ ਦੇ ਚਿੰਨ ਭਾਵੇਂ ਉਹ ਕਿਸੇ ਵੀ ਧਰਮ ਦੇ ਹੋਣ, ਦੇ ਕੇਵਲ ਬਾਹਰ ਦੇ ਚਿੰਨ ਰਹਿ ਗਏ, ਹਿਰਦੇ ਅੰਦਰ ਸੱਚ ਨਹੀਂ ਰਿਹਾ, ਤੇ ਸਾਧ ਸੰਗਤ ਜੀ ਉਹ ਧਰਮ ਨਹੀਂ ਹੈ, ਉਹ ਕੇਵਲ ਬਾਹਰ ਦਾ ਵਿਖਾਵਾ ਹੀ ਹੈ। ਜੋ ਅੱਜ ਬਾਬਾ ਫਰੀਦ ਸਾਹਿਬ ਨੇ ਰਹਿਮਤ ਕੀਤੀ, ਪਰ ਸਾਰਿਆਂ ਲਈ ਨਹੀਂ। ਅਸੀਂ ਇੱਕੋ ਲਾਈਨ ਦੇ ਅੰਦਰ ਸਾਰਿਆਂ ਨੂੰ ਖੜਾ ਨਹੀਂ ਕਰ ਸਕਦੇ। ਧੰਨ ਸਤਿਗੁਰੂ ਮਹਾਰਾਜ ਆਸਾ ਕੀ ਵਾਰ ਦੇ ਅੰਦਰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਬਚਨ ਨੇ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ। ਮਹਾਰਾਜ ਆਖਦੇ ਨੇ ਕਿ ਅੰਦਰੋਂ ਝੂਠੇ ਪੈਜ ਬਾਹਰ। ਕਿਉਂਕਿ ਅੱਜ ਦੋਵੇਂ ਪੱਖ ਅਸੀਂ ਦੇਖਣੇ ਨੇ, ਉਹਨਾਂ ਦੇ ਵੀ ਜਿਨ੍ਹਾਂ ਨੇ ਬਾਹਰ ਤੋਂ ਕੇਵਲ ਧਰਮੀਆਂ ਵਾਲਾ ਲਿਬਾਸ ਪਾਇਆ ਹੈ, ਅੰਦਰ ਸੱਚ ਨਹੀਂ ਹੈ। ਪਰ ਉਹ ਵੀ ਨੇ ਜਿਨ੍ਹਾਂ ਨੇ ਧਰਮ ਦਾ ਲਿਬਾਸ ਧਾਰਨ ਕੀਤਾ, ਪਰ ਹਿਰਦੇ ਅੰਦਰ ਸੱਚ ਨੂੰ ਵਸਾਇਆ ਵੀ ਹੈ, ਹਿਰਦੇ ਅੰਦਰ ਸੱਚ ਨੂੰ ਟਿਕਾਇਆ ਵੀ ਹੈ। ਆਸਾ ਕੀ ਵਾਰ ਦੇ ਅੰਦਰ ਬਾਬਾ ਨਾਨਕ ਆਖਦੇ ਨੇ ਕਿ ਅੰਦਰੋਂ ਝੂਠੇ ਨੇ, ਅੰਦਰ ਸੱਚ ਨਹੀਂ ਹੈ। ਪੈਜ ਬਾਹਰ, ਤੇ ਬਾਹਰ ਜਗਤ ਦੇ ਵਿੱਚ ਸੰਸਾਰ ਦੇ ਵਿੱਚ ਆਪਣੀ ਪੈਜ, ਆਪਣਾ ਵਿਖਾਵਾ ਭਲਿਆਂ ਵਰਗਾ ਦਿਖਾਉਂਦੇ ਨੇ। ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ। ਮਹਾਰਾਜ ਆਖਦੇ ਨੇ ਕਿ 68 ਤੀਰਥ ਜੇ ਨਾਵੇ ਉਤਰੈ ਨਾਹੀ ਮੈਲ। ਭਾਵੇਂ 68 ਤੀਰਥਾਂ ਦਾ ਇਸ਼ਨਾਨ ਹੀ ਕਿਉਂ ਨਾ ਕਰ ਲੈਣ, ਇਹ ਵਿਖਾਵੇ ਦਾ 68 ਤੀਰਥਾਂ ਦਾ ਇਸ਼ਨਾਨ ਵੀ ਕਿਸੇ ਕੰਮ ਦਾ ਨਹੀਂ। ਇਸ ਦੇ ਨਾਲ ਅੰਦਰ ਦੀ ਮੈਲ ਵਿਕਾਰਾਂ ਦੀ ਨਹੀਂ ਲੱਥਣ ਵਾਲੀ। ਪਰ ਨਾਲ ਹੀ ਗੁਰਦੇਵ ਪਾਤਸ਼ਾਹ ਆਖਦੇ ਨੇ ਕਿ ਜਿਨ ਪਟ ਅੰਦਰ, ਪਟ ਕਿਹਾ ਜਾਂਦਾ ਹੈ ਰੇਸ਼ਮੀ ਕੱਪੜੇ ਨੂੰ, ਪਰ ਜਿਨ੍ਹਾਂ ਦਾ ਹਿਰਦਾ ਜਿਹੜਾ ਹੈ ਰੇਸ਼ਮੀ ਕੱਪੜੇ ਦੀ ਤਰ੍ਹਾਂ ਕੋਮਲ ਹੈ। ਜਿਨ ਪਟ ਅੰਦਰ ਬਾਹਰ ਗੁੱਦੜ, ਉਹਨਾਂ ਦੇ ਬਾਹਰ ਭਾਵੇਂ ਗੁੱਦੜ ਹੈ, ਬਾਹਰ ਤੋਂ ਭਾਵੇਂ ਬੜੇ ਰੁੱਖੇ ਬੋਲਦੇ ਹੋਣ। ਜਿਨ ਪਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ, ਉਹ ਸੰਸਾਰ ਅੰਦਰ ਭਲੇ ਨੇ। ਕਿਉਂ? ਤਿਨ ਨੇਹ ਲੱਗਾ ਰੱਬ ਸੇਤੀ, ਦੇਖਨੇ ਵਿਚਾਰ। ਉਹਨਾਂ ਦਾ ਨੇਹ ਪਰਮਾਤਮਾ ਨਾਲ ਲੱਗਾ ਹੋਇਆ ਹੈ। ਰੰਗ ਲੱਗਾ ਮਾਲਕ ਦੇ ਨਾਲ, ਪਰਮੇਸ਼ਰ ਦੇ ਨਾਲ, ਤਿਨ ਰੰਗ ਲੱਗਾ ਰੱਬ ਸੇਤੀ, ਦੇਖਨੇ ਵਿਚਾਰ। ਰੰਗ ਹੱਸੈ ਰੰਗ ਰੋਵੇ। ਗੁਰਦੇਵ ਆਖਦੇ ਨੇ ਕਿ ਪ੍ਰਭੂ ਦੇ ਰੰਗ ਦੇ ਅੰਦਰ, ਪ੍ਰੇਮ ਦੇ ਅੰਦਰ ਕਦੇ ਰੋ ਪੈਂਦੇ ਨੇ, ਅੱਖਾਂ ਦੇ ਚੋਂ ਹੰਝੂ ਆ ਜਾਂਦੇ ਨੇ, ਕਦੇ ਹੱਸ ਪੈਂਦੇ ਨੇ। ਰੰਗ ਹੱਸੈ ਰੰਗ ਰੋਵੇ, ਚੁੱਪ ਹੀ ਕਰ ਜਾਹੇ ਪਰਵਾਹ ਨਾਹੀ ਕਿਸੈ ਕੇਰੀ, ਬਾਲ ਸੱਚੇ ਨਾਏ। ਕਿਸੇ ਦੀ ਮੁਹਤਾਜਗੀ ਨਹੀਂ, ਕਿਸੇ ਦੀ ਪਰਵਾਹ ਨਹੀਂ, ਕੇਵਲ ਇੱਕ ਮਾਲਕ ਦੇ ਚਰਨਾਂ ਅੰਦਰ ਟਿਕੇ ਰਹਿੰਦੇ ਨੇ। ਪਰਵਾਹ ਨਾਹੀ ਕਿਸੈ ਕੇਰੀ, ਬਾਲ ਸੱਚੇ ਨਾਹੇ। ਉਹ ਨੇ ਜੋ ਪਰਮੇਸ਼ਰ ਦੇ ਨਾਮ ਦੇ ਨਾਲ ਰੰਗੇ ਹੋਏ ਨੇ। ਹੁਣ ਇਤਿਹਾਸ ਦਾ ਜਦੋਂ ਪੱਖ ਦੇਖਦੇ ਹਾਂ ਸਮਝਣ ਲਈ, ਕੇਵਲ ਜਦੋਂ ਧੰਨ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਨੇ ਇਹ ਬਚਨ ਕਹੇ ਸਨ ਕਿ ਬਾਬਾ ਬਸੈਂ ਜੇ ਗ੍ਰਾਮ ਬਕਾਲੇ, ਤੇ ਬਾਹਰ ਦੀਆਂ 22 ਮੰਜੀਆਂ ਲੱਗੀਆਂ ਸਨ। ਬਾਬਾ ਧੀਰਮਲ ਦੇ ਸਮੇਤ 22 ਮੰਜੀਆਂ ਦੇ ਵਾਲੇ ਗੁਰੂ ਬਣ ਕੇ ਬਹਿ ਗਏ ਸਨ, ਜਿਸ ਨੂੰ ਮਹਾਰਾਜ ਨੇ ਆਖਿਆ ਕਿ ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਵਾਤ। ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ। ਪਰ ਮੱਖਣ ਸ਼ਾਹ ਜਦੋਂ ਪਹੁੰਚਿਆ, ਇਤਿਹਾਸਕਾਰ ਲਿਖਦੇ ਨੇ ਕਿ 3-3
ਜਾਂ 5 ਪਨ ਉਹਨਾਂ ਨੇ ਅਸ਼ਰਫੀਆਂ ਰੱਖੀਆਂ, ਮੱਥਾ ਟੇਕਦੇ ਗਏ। ਪਰ ਜਿਨ ਪਟ ਅੰਦਰ ਬਾਹਰ ਗੁਦੜ, ਦਿਨਾਂ ਦੇ ਹਿਰਦੇ ਅੰਦਰ ਸੱਚ ਹੈ। ਜਦੋਂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਰਨ ਗਏ ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਖਣ ਲੱਗੇ, ਮੱਖਣ ਸ਼ਾਹ ਜਦੋਂ ਮੁਸੀਬਤ ਆਈ ਤੇ 500 ਦੀਆਂ ਸੁਖਣਾ ਸੁਖੀ, ਅੱਜ ਕਾਰਜ ਪੂਰਾ ਹੋ ਗਿਆ ਤੇ 5 ਰੱਖ ਕੇ ਹੀ ਆਪਣੀ ਮਨੋਤ ਪੂਰੀ ਕਰਨੇ। ਤੇ ਉਸ ਵੇਲੇ ਮੱਖਣ ਸ਼ਾਹ ਲੁਬਾਣਾ ਕੋਠੇ ਦੇ ਉੱਪਰ ਚੜ ਕੇ ਹੋਕਾ ਦਿੱਤਾ ਕਿ ਗੁਰੂ ਲਾ ਦੋਰੇ, ਗੁਰੂ ਲਾ ਦੋਰੇ। ਕਿਉਂਕਿ ਗੁਰੂ ਉਹ ਹੈ ਜਿਸ ਮਿਲੇ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਗੁਰੂ ਤੇ ਉਹ ਹੈ ਜਿਸ ਨੂੰ ਮਿਲ ਕੇ ਹਿਰਦੇ ਅੰਦਰ ਆਨੰਦ ਦੀ ਪ੍ਰਾਪਤੀ ਹੋਏ। ਜਿਸ ਮਿਲੇ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਮਨ ਕੀ ਦੁਬਿਧਾ ਬਿਨ ਸਜਾਏ, ਮਨ ਵਿੱਚੋਂ ਸਾਰੀਆਂ ਦੁਬਿਧਾਵਾਂ ਚਿੰਤੇ ਝੋਰੇ ਮੁੱਕ ਜਾਣ। ਮਨ ਕੀ ਦੁਬਿਧਾ ਬਿਨ ਸਜਾਏ, ਹਰ ਪਰਮ ਪਦ ਲਈਏ। ਪਰਮ ਪਦ ਦੀ ਪ੍ਰਾਪਤੀ, ਉੱਚਾ ਰੁਤਬਾ ਪ੍ਰਾਪਤ ਹੋਏ, ਆਤਮਿਕ ਜੀਵਨ ਦੀ ਪ੍ਰਾਪਤੀ ਹੋਏ, ਉਹ ਗੁਰੂ ਹੈ। ਜਿਨ ਪਟ ਅੰਦਰ ਬਾਹਰ ਗੁਦੜ, ਤੇ ਭਲੇ ਸੰਸਾਰ। ਤੇ ਨੇਹ ਲੱਗਾ ਰਗ, ਸੇਤੀ ਦੇਖਨੇ ਵਿਚਾਰ। ਰੰਗ ਹਸੈ ਰੰਗ ਰੋਵੈ, ਚੁੱਪੀ ਕਰ ਜਾਹੇ। ਪ੍ਰਵਾਹ ਨਾਹੀ ਕਿਸੇ ਕੇਰੀ ਬਾਤ ਸੱਚੇ ਨਾਹੀ। ਵਾਰਾਂ ਦੀ ਵਧੀਕ ਬਾਣੀ ਦੇ ਵਿੱਚ ਇੱਕ ਵਚਨ ਤੁਸੀਂ ਪੜ੍ਹਦੇ ਹੋ, ਗੁਰਦੇਵ ਆਖਦੇ ਨੇ ਕਿ ਧਣੀ ਵਿਹੂਣਾ ਪਾਟ ਪਟੰਬਰ। ਧਣੀ ਤੋਂ ਭਾਵ ਹੁੰਦਾ ਹੈ ਮਾਲਕ ਤੋਂ ਬਿਨਾ। ਜਿਵੇਂ ਕਿਸੇ ਇਸਤਰੀ ਦਾ ਪਤੀ ਨਾ ਹੋਏ ਤੇ ਉਸ ਦੇ ਤਨ ਦੇ ਉੱਪਰ ਕੀਤਾ ਹੋਇਆ ਸ਼ਿੰਗਾਰ, ਸੂਹੇ ਰੰਗ ਦਾ ਪਾਇਆ ਹੋਇਆ ਕਪੜਾ ਕਿਸੇ ਅਰਥ ਦਾ ਨਹੀਂ ਹੈ। ਜੇ ਧਣੀ ਹੀ ਨਹੀਂ, ਜੇ ਮਾਲਕ ਹੀ ਨਹੀਂ, ਪਤੀ ਹੀ ਨਹੀਂ, ਖਸਮ ਹੀ ਨਹੀਂ, ਤੇ ਤਨ ਦੇ ਉੱਪਰ ਪਾਇਆ ਹੋਇਆ ਸੂਹੇ ਰੰਗ ਦਾ ਕਪੜਾ ਬੇਅਰਥ ਹੈ, ਕਿਸੇ ਅਰਥ ਨਹੀਂ ਹੈ। ਇਸੇ ਤਰ੍ਹਾਂ ਜੇ ਪੂਰਾ ਗੁਰੂ ਨਹੀਂ ਮਿਲਿਆ, ਮਾਲਕ ਨਹੀਂ ਮਿਲਿਆ, ਤੇ ਧਰਮ ਦੀ ਦੁਨੀਆ ਅੰਦਰ ਕੀਤੇ ਹੋਏ ਹਉਮੈ ਦੇ, ਹੰਕਾਰ ਦੇ ਵਸ ਕੀਤੇ ਹੋਏ ਉਹ ਕਰਮਾਂ ਦਾ ਸ਼ਿੰਗਾਰ ਵੀ ਬੇਅਰਥ ਹੈ। ਧੰਨ ਗੁਰੂ ਅਮਰਦਾਸ ਮਹਾਰਾਜ 60-62 ਸਾਲ ਉਹ ਕਰਮ ਕਰਦੇ ਰਹੇ ਨੇ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹ ਕਰਮਾਂ ਦੇ ਸ਼ਿੰਗਾਰ ਕਰਦੇ ਰਹੇ ਨੇ, ਜਿਸ ਨੂੰ ਮਹਾਰਾਜ ਆਖਦੇ ਕਿ ਧਣੀ ਵਿਹੂਣਾ ਪਾਟ ਪਟੰਬਰ, ਭਾਹੀ ਸੇਤੀ ਜਾਲੇ। ਸਤਿਗੁਰ ਆਖਦੇ ਨੇ ਕਿ ਉਹਨਾਂ ਕਰਮਾਂ ਦੇ ਸ਼ਿੰਗਾਰ ਨੂੰ ਅੱਗ ਲੱਗ ਜਾਏ, ਉਸ ਤਨ ਦੇ ਉੱਪਰ ਕੀਤੇ ਹੋਏ ਸ਼ਿੰਗਾਰ ਨੂੰ ਅੱਗ ਲੱਗ ਜਾਏ। ਜਿਹੜਾ ਪਤੀ ਹੀ ਨਾ ਹੋਏ, ਪਤੀ ਤੋਂ ਵੀ ਹੋਣਾ ਕੀਤਾ ਹੋਇਆ ਸ਼ਿੰਗਾਰ ਕਿਸ ਅਰਥ ਦਾ ਹੈ? ਬੇਅਰਥ ਹੈ ਉਹ। ਪਰ ਨਾਲ ਹੀ ਗੁਰਦੇਵ ਨੇ ਸ਼ਬਦ ਵਰਤੇ, ਮਹਾਰਾਜ ਆਖਦੇ ਕਿ ਧਣੀ ਵੀ ਹੋਣਾ, ਧਣੀ ਤੂੰ ਸਖਣਾ ਕੀਤਾ ਹੋਇਆ ਤਨ ਦੇ ਉੱਪਰ ਸ਼ਿੰਗਾਰ, ਉਹ ਭਾਵੇਂ ਕਰਮਾਂ ਦਾ ਹੋਏ। ਪਾਟ ਪਟੰਬਰ ਭਾਹੀ ਸੇਤੀ ਜਾਲੇ, ਤੇ ਅਗਲੀ ਪੰਕਤੀ ਹੈ ਧੂੜੀ ਵਿੱਚ ਲੁੜੰਦੜੀ ਸੋਹਾ ਨਾਨਕ ਤੈ ਸ਼ਹਿ ਨਾਲੇ। ਜੇ ਸ਼ਹਿ ਨਾਲ ਹੈ, ਖਸਮ ਨਾਲ ਹੈ, ਪਤੀ ਨਾਲ ਹੈ, ਤੇ ਸੱਚ ਜਾਣਨਾ ਭਾਵੇਂ ਉਹ ਧੂੜੀ ਵਿੱਚ ਲੁੜੰਦੜੀ ਭਾਵ ਕੇ ਧੂੜੀ ਅੰਦਰ ਮਿਲੀ ਹੋਏ, ਨਿਮਰਤਾ ਦੇ ਝਾਕੇ ਭਾਵੇਂ ਸਾਦਾ ਹੀ ਜੀਵਨ ਕਿਉਂ ਨਾ ਹੋਏ, ਉਹ ਜੀਵ ਰੂਪੀ ਇਸਤਰੀ ਆਪਣੇ ਸੰਸਾਰਿਕ ਪਤੀ ਨੂੰ ਵੀ ਪ੍ਰਵਾਨ ਹੋਏਗੀ ਤੇ ਮਾਲਕ ਵਾਹਿਗੁਰੂ ਨੂੰ ਵੀ ਪ੍ਰਵਾਨ ਹੋਏਗੀ। ਕਿਉਂਕਿ ਪਤੀ ਦੇ ਨਾਲ ਹੈ, ਖਸਮ ਦੇ ਨਾਲ ਹੈ, ਗੁਰੂ ਦੇ ਨਾਲ ਹੈ, ਉਹਦਾ ਨੇਹ ਮਾਲਕ ਦੇ ਨਾਲ ਹੈ। ਇਸਲਾਮ ਧਰਮ ਦੇ ਜ਼ਿਕਰ ਆਂਦਾ ਹੈ, ਮੌਲਾਨਾ ਰੂਮ ਬੜੇ ਵਿਦਵਾਨ ਸਨ, ਬੜੇ ਆਲਮ ਫਾਜ਼ਿਲ ਸਨ, ਬੜਾ ਗਿਆਨ ਸੀ ਉਹਨਾਂ ਨੂੰ, ਮੌਲਾਨਾ ਰੂਮ ਨੂੰ, ਪਰ ਕੇਵਲ ਵਿਦਿਆ ਦਾ ਗਿਆਨ ਸੀ। 4 ਕਿਤਾਬਾਂ ਵੱਧ ਪੜ੍ਹੀਆਂ ਸੀ ਤੇ ਗਿਆਨ ਸੀ, ਤੇ ਆਪਣੇ ਵਿਦਿਆਰਥੀ ਵੀ ਉਹ ਰੱਖਦੇ ਸਨ ਜੋ ਸਿਆਣੇ ਹੋਣ। ਇੱਕ ਦਿਨ ਆਪਣੇ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਸਨ ਤੇ ਉਹਨਾਂ ਦੇ ਕੋਲੋਂ ਫਕੀਰ ਸਮਸ ਤਬਰੇਜ਼ ਲੰਘੇ ਨਾ ਜਦੋਂ, ਤੇ ਆਖਣ ਲੱਗੇ ਮੌਲਾਨਾ ਜੀ ਕੀ ਕਿਤਾਬਾਂ ਨੂੰ ਫਲੋਰ ਰਹੇ ਹੋ? ਤੇ ਮੌਲਾਨਾ ਰੂਮ ਨੇ ਅੱਖ ਭਰ ਕੇ ਦੇਖਿਆ, ਦੇਖਣ ਲੱਗੇ ਕੋਈ ਫਕੀਰ ਹੈ, ਭਾਵੇਂ ਉਹ ਇਸਲਾਮ ਧਰਮ ਦੇ ਬੜੇ ਪਹੁੰਚੇ ਹੋਏ ਫਕੀਰ ਸਨ। ਮੌਲਾਨਾ ਰੂਮ ਨਹੀਂ ਸੀ ਜਾਣਦਾ ਕਿ ਇਹ ਸਮਸ ਤਬਰੇਜ਼ ਨੇ।
आखन लगा ए फकीर, ये तेरे मतलब का काम नहीं है। तू जिस काम लई आया वो काम कर, लोगों के घरां दे कोल जाके मंगना कर, ते जो तेनू खाण नू मिले खा के अपना टाइम पास कर। ये तेरे मतलब की गल नहीं। समस्त अबरेज ने देखिया कि मौलाना रूम नू हंकार हो गया, अपनी पढ़ाई का अपनी विद्वता का हंकार हो गया। ते समस्त अबरेज ने अख भर के जिहड़ी किताब पढ़ा रहे सन उस किताब वल देखिया ते किताब नू अग लग गई, किताब सड़ गई, हाथों दे चों किताब छुट गई। मौलाना रोम कह लगे ये की है? कह लगे 4 अखर पढ़ के उन्होंने हंकार कर दे, केवल इत्थे तक ही टिकिया कि अगे भी तू वधेगा। ये अगे दी खेड़ वो है जिहड़े मालिक दे नाल परमेश्वर दे चरनां दे नाल जुड़े, वो फिर इस खेल नूं जानते हैं कि जन नानक के खेल कठन है किन्हू गुरमुख जाना। ते मौलाना रूम जी फिर समस्त अबरेज दे चेले बने, काफ़ी समा उन्होंने दी शरण च गुजारिया। ते बाबा फरीद साहब जो छोटे सन उन्होंने दे कोल आए इतिहासकार लिखते ने कि धन गुरु ग्रंथ साहब महाराज की पावन बाणी अंदर जिन्हां बाबा फरीद साहब की बाणी है 11 साल के सन जदों कुरान शरीफ उन्होंने मुकम्मल सारी याद सी। मौलाना रूम ने अनार दिता ते आखन लगे बेटा ये अनार वंड के खा लेना। अनार बाबा फरीद साहब ने वंड के खाधा ते एक दाना जमीन के उपर डिग पिया, होर सारे वंड दिते। जदों वो दाना खाधा ते इतना आनंदित होए, इतना आनंद आया ते मन अंदर फुरना फुरिया, जे ये सारा अनार मैं ही खा लैंदा ते कितना आनंद मैनू आना सी। ते मौलाना रूम ने गल कही सी बाबा फरीद साहब नूं, कहणगे सैकड़ियां दाणियां विचों काम दा केवल इक्को दाना हुंदा है जो तुसीं खा लिया है। मेरा कहण दा भाव केवल इतना है कि धनी भी होना पाट पटंबर जे मालिक नहीं है ते कीता हुआ शिंगार भी किसी अर्थ दा नहीं है, पर जे मालिक दे चरनां दे नाल तू जुड़िया होया ते धूड़ी विच लुड़ंदड़ी सोहा नानक तैं शै नाले। वो मालिक ने तेनों प्रवान कर लेना, भावें तेरा सादा जीवन होए, तेरे तन दे उपर पाए हुए कपड़े भी सोहणे ना होण, उस मालिक ने अपने चरनां नाल मेल लेना है। हुण अज बाबा फरीद साहब ने बाहर दे चिन्हां दी गल कीती। जदों धन गुरु नानक सच्चे पातशाह 9 साल की उम्र दे विच पंडित हरदयाल जी गुरु नानक सच्चे पातशाह नूं जनेऊ पाण लगे। हुण बाहर तो पंडित हरदयाल ने बाहर दे चिन्ह धारण कीते होए ने ते बाबे नानक नूं भी चिन्ह पाण लगे। ते बाबा नानक आखण लगे पंडित जी दया रूपी कपा होवे, संतोख रूपी सूत्र होवे, जत दियां गंढां लगियां होण है ही तां पांडे घत। पंडित जी जे इस तरह का जनेऊ है जिंद दा ते ओ मैनूं दे दिओ। पावन बचन जो आसा की वार दे अंदर पढ़दे हां कि दया कपा संतोख सूत जत गंढी सत वट, ए जनेऊ जी का तुसी तन नूं पा रहे हो, मैं जिंद लई जनेऊ मंग रहे हां। यह जनेऊ जी का है ही तू पाव है पंडित जी तां मैनू पा दिओ, है ही तां भांडे कत मैनू वो जनेऊ पा दिओ। मनुखा ने बाहर दे चिन्ह धारण किए हुए ने, अंदर सच का जो जनेऊ है, सच का जो पहरावा है वो धारण किया ही नहीं। अज बाबा फरीद साहब ने यही रहमत की है। तो मैं पहला अर्ज की है कि बाबा फरीद साहब ने भावें अपने धर्म के उपर अपने उपर टुकाया है, पर यह उपदेश सर्व साझा है। सिखा देखी किधरे बाहर दे अपने पाए हुए तन दे चिन्ह उन्हों का तेरू हंकार ना हो जाए। जे बाहर जे चिन्ह पाए हुए ने, उपरों गातरा भी पाया हुए है, केस भी रखे हुए ने, कड़ा कछहरा भी तेरे कोल है, पर जे हिरदे अंदर सच नहीं ते अज बाबा फरीद साहब आखते हैं कि फरीदा कन मुसला सूफ गल, दिल काती गुड़वात, बाहर तो मिठिया मिठिया गल्लां कर जोगे, हिरदे अंदर ते द्वैश दियां, हिरदे अंदर ते ईरखा दियां कैंचियां चल रही ने, बाहर दिसै चानना दिल अंधियारी रात। बाहर तो धर्म का चानन ही नजर आंदा है,
ਹਿਰਦੇ ਅੰਦਰ ਸੱਚ ਨਹੀਂ ਹੈ, ਦਿਲ ਅੰਦਰ ਤੇ ਹੰਕਾਰ ਹੀ ਹੈ। ਧੰਨ ਸਤਿਗੁਰੂ ਮਹਾਰਾਜ ਬਾਬਾ ਨਾਨਕ ਜੀ ਦਾ ਬਚਨ ਹੈ, ਉਹ ਆਖਦੇ ਨੇ ਕਿ ਪੜ ਪੁਸਤਕ ਸੰਧਿਆ ਬਾਦਨ, ਧਾਰਮਿਕ ਪੁਸਤਕ ਨੂੰ ਵੀ ਤੂੰ ਪੜ੍ਹਦਾ ਹੈ। ਪੰਡਤ ਨੂੰ ਕਹਿਣ ਲੱਗੇ ਸਰਬ ਸਾਂਝਾ ਉਪਦੇਸ਼ ਹੈ ਕਿ ਪੜ ਪੁਸਤਕ ਸੰਧਿਆ ਬਾਦੰਗ, ਧਾਰਮਿਕ ਗ੍ਰੰਥ ਨੂੰ ਵੀ ਪੜ੍ਹਦਾ ਹੈ, ਪੁਸਤਕ ਨੂੰ ਵੀ ਪੜ੍ਹਦਾ ਹੈ, ਫਿਰ ਸੰਧਿਆ ਵੀ ਕਰਦਾ ਹੈ, ਆਰਤੀ ਵੀ ਤੂੰ ਕਰਦਾ ਹੈ। ਬਾਦੰਗ ਤੂੰ ਭਾਵ ਲੋਕਾਂ ਦੇ ਨਾਲ ਵਿਚਾਰ ਵੀ ਕਰਦਾ ਹੈ, ਵਾਦ ਵਿਵਾਦ ਵੀ ਕਰਦਾ ਹੈ। ਪੜ ਪੁਸਤਕ ਸੰਧਿਆ ਬਾਦੰਗ, ਸਿਲ ਪੂਜਸ ਬਗੁਲ ਸਮਾਦੰਗ, ਬਗੁਲੇ ਦੀ ਤਰ੍ਹਾਂ ਸਿਰ ਦੇ ਅੱਗੇ ਖੜਾ ਹੋ ਕੇ ਤੂੰ ਆਰਤੀ ਵੀ ਕਰਦਾ ਹੈ। ਸਿਲ ਪੂਜਸ ਬਗੁਲ ਸਮਾਦੰਗ, ਮੁਖ ਝੂਠ ਵਿਭੂਖਨ ਸਾਰੰਗ, ਝੂਠ ਨੂੰ ਵੀ ਇਸ ਤਰ੍ਹਾਂ ਪੇਸ਼ਕਾਰੀ ਕਰਦਾ ਹੈ ਜਿਵੇਂ ਸੱਚ ਹੋਏ। ਉਹ ਭਾਵੇਂ ਆਪਣੇ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ ਝੂਠ ਨੂੰ ਸੱਚ ਪੇਸ਼ ਕਰੀ ਜਾ ਰਹੇ ਹੈ। ਮੈਨੂੰ ਕਹਿਣ ਦੇਣਾ ਕਿ ਜੇ ਸਿੱਖ ਬਾਣੀ ਪੜ੍ਹ ਕੇ ਬਾਣੀ ਦੇ ਰਾਹੀਂ ਝੂਠ ਨੂੰ ਸੱਚ ਕਰੀ ਜਾ ਰਹੇ ਹੈ ਤੇ ਉਸ ਵਿੱਚ ਔਰ ਸਿੱਖ ਕੋਈ ਫਰਕ ਨਹੀਂ ਹੈ। ਫਿਰ ਮਹਾਰਾਜ ਆਖਦੇ ਨੇ ਕਿ ਮੁਖ ਝੂਠ ਵਿਭੂਖਨ ਸਾਰੰਗ, ਤ੍ਰੈਪਾਲ, ਤਿੰਨਾਂ ਪਾਲਾਂ ਵਾਲੀ ਗਾਇਤਰੀ ਮੰਤਰ, ਤਿਹਾਲ, ਤਿੰਨੋਂ ਵੇਲੇ ਵਿਚਾਰੰ ਗਲ ਮਾਲਾ, ਬਾਹਰ ਤੂੰ ਚਿੰਨ੍ਹ ਵੀ ਧਾਰਨ ਕੀਤੇ ਨੇ, ਗਲ ਚ ਮਾਲਾ ਹੈ। ਤਿਲਕ ਲਿਲਾਟੰਗ, ਬੜਾ ਲੰਬਾ ਤਿਲਕ ਹੀ ਮੱਥੇ ਪਰ ਲਾਇਆ ਹੋਇਆ ਹੈ, ਚਿੰਨ੍ਹ ਵੀ ਧਾਰਨ ਕੀਤੇ ਹੋਏ ਨੇ। ਗਲ ਮਾਲਾ ਤਿਲਕ ਲਿਲਾਟੰਗ, ਦੋ ਧੋਤੀ ਵਸਤਰ ਕਪਾਟੰਗ, ਦੋ ਧੋਤੀਆਂ ਰੱਖੀਆਂ ਹੋਈਆਂ ਨੇ, ਥੱਲੇ ਵਿੱਚ ਆਂਦਾ ਹੈ, ਇੱਕ ਸਿਰ ਦੇ ਉੱਪਰ ਰੱਖਦਾ ਹੈ। ਗਲ ਮਾਲਾ ਤਿਲਕ ਲਿਲਾਟੰਗ, ਦੋ ਧੋਤੀ ਵਸਤਰ ਕਪਾਟੰਗ। ਤੇ ਸਤਿਗੁਰ ਮਹਾਰਾਜ ਆਖਦੇ ਨੇ ਇਹ ਸਾਰੇ ਫੋਕਟ ਕਰਮ ਨੇ। ਕੋਹ ਨਾਨਕ ਨੇ ਚੋ ਧਿਆਵੈ ਬਿਨ ਸਤਿਗੁਰ ਬਾਟ ਨਾ ਪਾਵੇ। ਪੂਰੇ ਗੁਰੂ ਦੀ ਸ਼ਰਨ ਪੈ ਕੇ ਗੁਰੂ ਅਨੁਸਾਰੀ ਨਹੀਂ ਹੋਇਆ ਤੇ ਇਹ ਸਾਰੇ ਕਰਮ ਬੇਅਰਥ ਨੇ। ਜਿਨ੍ਹਾਂ ਦੇ ਨਾਲ ਨਹੀਂ, ਬਾਹਰ ਦੇ ਪਹਿਰਾਵੇ ਦੇ ਨਾਲ ਨਹੀਂ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਗੱਲ ਕਰਕੇ ਮੈਂ ਸਮਾਪਤੀ ਕਰਾਂ। ਇਤਿਹਾਸਕਾਰ ਲਿਖਦੇ ਨੇ ਕਿ ਜਦੋਂ ਤੇਗ ਬਹਾਦਰ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦੇ ਦਰਬਾਰ ਦੇ ਵਿੱਚ ਆਉਂਦੇ ਸਨ, ਰਿਸ਼ਤਾ ਜਿਹੜਾ ਹੈ ਉਹ ਪਿਤਾ ਔਰ ਬੱਚੇ ਦਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਭ ਤੋਂ ਛੋਟੇ ਸਪੁੱਤਰ ਨੇ। ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ, ਅਣੀ ਰਾਏ ਜੀ, ਅਟਲ ਜੀ, ਸੂਰਜਮਲ ਜੀ ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਭ ਤੋਂ ਛੋਟੇ ਨੇ। ਦਰਬਾਰ ਦੇ ਵਿੱਚ ਆਉਂਦੇ ਨੇ ਤੇ ਆਪਣੀਆਂ ਅੱਖਾਂ ਝੁਕਾ ਕੇ ਆਉਂਦੇ ਨੇ। ਸਿੱਖਾਂ ਨੇ ਬੇਨਤੀ ਕੀਤੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ, ਮਹਾਰਾਜ ਤਿਆਗਮਲ ਜੀ ਜਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਦੋਂ ਆਉਂਦੇ ਨੇ, ਸਭ ਤੋਂ ਛੋਟੇ ਸਪੁੱਤਰ, ਉਹ ਅੱਖਾਂ ਝੁਕਾ ਕੇ ਆਉਂਦੇ ਨੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਖਣ ਲੱਗੇ, ਤਿਆਗਮਲ ਜੀ, ਤੇਗ ਬਹਾਦਰ ਜੀ, ਸਾਡੇ ਮਨ ਵਿੱਚ ਇਹ ਫੁਰਨਾ ਹੈ, ਇਹ ਸੋਚਦੇ ਹਾਂ ਅਸੀਂ ਕਿ ਤੁਸੀਂ ਦਰਬਾਰ ਚ ਆਉਂਦੇ ਹੋ ਅੱਖਾਂ ਝੁਕਾ ਕੇ ਕਿਉਂ? ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇਖੋ ਮਾਲਕ ਦਾ ਰੂਪ ਨੇ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਪਰ ਆਖਣਗੇ, ਦਾਤਾ ਤੇਰੇ ਚਰਨਾਂ ਦੇ ਵਿੱਚ ਮੈਂ ਆਂਦਾ ਤੇ ਮੈਨੂੰ ਪਤਾ ਹੈ ਤੂੰ ਦਿਲ ਦੀਆਂ ਜਾਣਨ ਵਾਲਾ ਹੈ। ਮੇਰੇ ਮਨ ਅੰਦਰ ਕੀ ਫੁਰਨਾ ਹੈ ਤੂੰ ਉਸ ਫੁਰਨੇ ਨੂੰ ਜਾਣਦਾ ਹੈ। ਇਸ ਲਈ ਜੋ ਮਨ ਦੇ ਫੁਰਨਿਆਂ ਨੂੰ ਜਾਣਦਾ ਹੋਵੇ, ਹਿਰਦੇ ਦੀ ਹਰ ਘਟ ਘਟ ਕੇ ਪਟ ਪਟ ਦੀ ਜਾਣਨ ਵਾਲਾ ਹੋਏ, ਉਹ ਤੇ ਮੇਰੇ ਗੁਣਾਂ ਨੂੰ ਅਵਗੁਣਾਂ ਤੱਕ ਨੂੰ ਜਾਣਦਾ ਹੈ। ਉਸ ਦੇ ਅੱਗੇ ਅੱਖਾਂ ਜੜੀਆਂ ਕਿਵੇਂ ਉੱਪਰ ਕਰਕੇ ਆਵਾਂ, ਉਹਦੇ ਅੱਗੇ ਤੇ ਅੱਖਾਂ ਝੁਕਾ ਕੇ ਹੀ ਆਣਾ ਪੈਂਦਾ ਹੈ। ਤੇ ਬਾਬਾ ਫਰੀਦ ਸਾਹਿਬ ਅੱਜ ਰਹਿਮਤ ਕਰਦੇ ਨੇ ਇਹਨਾਂ ਪਾਵਨ ਸ਼ਲੋਕਾਂ ਅੰਦਰ। ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਫਰੀਦਾ ਕੰਨ ਮੁਸੱਲਾ, ਕੰਧੇ ਉੱਪਰ ਮੁਸੱਲਾ ਵੀ ਰੱਖਿਆ ਹੋਇਆ ਹੈ। ਸੂਫ ਗਲ ਅੰਦਰ ਕਾਲੇ ਰੰਗ ਦੀ ਖਫਨੀ ਵੀ ਪਾਈ ਹੋਈ ਹੈ, ਭਾਵ ਕੇ ਚਿੰਨ੍ਹ ਧਾਰਨ ਕੀਤੇ ਹੋਏ ਨੇ। ਦਿਲ ਕਾਤੀ, ਦਿਲ ਅੰਦਰ ਕੈਂਚੀ ਹੈ, ਦਵੈਸ਼ ਦੀ, ਈਰਖਾ ਦੀ, ਗੁੜਵਾਤ ਤੇ ਬਾਹਰ ਤੋਂ ਗੁੜ ਵਰਗੀਆਂ ਮਿੱਠੀਆਂ ਮਿੱਠੀਆਂ ਗੱਲਾਂ ਤੂੰ ਕਰਦਾ ਹੈ। ਪਰ ਸੱਚ ਜਾਣਾ ਬਾਹਰ ਦਿਸੈ ਚਾਨਣਾ, ਬਾਹਰ ਕੇਵਲ ਚਾਨਣਾ ਹੈ ਧਰਮ ਦਾ ਨਜ਼ਰ ਆ ਰਿਹਾ ਹੈ, ਲਿਬਾਸ ਧਰਮ ਦਾ ਨਜ਼ਰ ਆ ਰਿਹਾ ਹੈ। ਦਿਲ ਅੰਧਿਆਰੀ ਰਾਤ, ਦਿਲ ਅੰਦਰ ਤੇ ਹਨੇਰਾ ਹੈ। ਉਹ ਹਨੇਰੇ ਦੂਰ ਕਰਕੇ
ਹਿਰਦੇ ਅੰਦਰ ਵੀ ਸੱਚ ਵਸ ਜਾਏ। ਫਿਰ ਬਾਬਾ ਫਰੀਦ ਸਾਹਿਬ ਆਖਦੇ ਨੇ ਉਹੀ ਮਾਲਕ ਦੇ ਘਰ ਦੇ ਵਿੱਚ ਪਰਿਵਾਰ ਨੇ ਇਹ ਨਾ ਹੋਏ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ੍ਹਾਂ ਦੇ ਦਿਲ ਦੇ ਅੰਦਰ ਵੀ ਮੁਖ ਦੇ ਅੰਦਰ ਵੀ ਪਰਮੇਸ਼ਰ ਦਾ ਨਾਮ ਹੈ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸਿਖਾਂਡੇ ਕੱਚਿਆ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਵਨ ਬਾਣੀ ਅੰਦਰ ਆਖਦੇ ਨੇ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ। ਅਸਲ ਦੇ ਵਿੱਚ ਪੂਰਨ ਪੁਰਖ ਦੇ ਇਹ ਗੁਣ ਨੇ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਸਤਿਗੁਰ ਕਿਰਪਾ ਕਰਨ, ਪਾਵਨ ਬਚਨ ਹਿਰਦੇ ਵਸ ਜਾਣ। ਬੋਲਦਿਆਂ ਬੇਅੰਤ ਭੁੱਲਾਂ ਗੁਰੂ ਸਮਰੱਥ ਹੈ, ਸੰਗਤ ਬਖਸ਼ਣ ਯੋਗ ਹੈ ਜੀ ਬਖਸ਼ ਦੇਣਾ। ਆਖੋ ਪਿਆਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ